थोड़ा सा इसमें पानी भर लिया है, आपने मोमेंटम पढ़ा सबने, मास इनटू वेलोसिटी, मास इनटू वेलोसिटी। तो वेलोसिटी तो इसको देंगे, लेकिन इसमें अगर मास होगा तो मास इनटू वेलोसिटी, इसका मोमेंटम ज्यादा हो जाएगा, राइट? लेट अस ट्राई। You will see a fire on the water. Fire is there. This is sodium reaction with water. ये देखो बेटा, जितने लोग होंगे सर्किट में उन सबको करंट लग सकता है। ये देखिए, राइट? विज्ञान की है वावे ਨੂੰ ਸਿਹਾਰੀ ਅੱਗੇ ਲਾਇਆ ਗਿਆਨ। ਮਤਲਬ ਵਿਸ਼ਾਲਤਾ ਨਾਲ ਜਿਹੜਾ ਗਿਆਨ ਹੈ, ਜਿਸ ਦਾ ਮਤਲਬ ਵਿਆਖਿਆ ਕੀਤੀ ਜਾਵੇ, ਗਿਆਨ ਦੀ ਵਿਆਖਿਆ, ਇਸ ਨੂੰ ਵਿਗਿਆਨ ਕਿਹਾ ਗਿਆ ਕਿ ਰੈਜ਼ੋਨੈਂਸ ਦੋ ਇੱਕੋ ਜਿਹੀਆਂ ਚੀਜ਼ਾਂ 'ਚ ਹੋਏਗੀ। ਦੇਖੋ ਮੈਂ ਇਹ ਵਾਈਟ ਵਾਲੀ ਸਟ੍ਰਿਪ ਨੂੰ ਜਦੋਂ ਮੂਵਮੈਂਟ ਦਿੰਨਾ ਤਾਂ ਸਿਰਫ ਵਾਈਟ ਵਾਲੀ ਹੈ ਜਿਹੜੀ ਇਹੋ ਵਾਈਬ੍ਰੇਸ਼ਨਸ 'ਚ ਹੈ, ਲੇਕਿਨ ਅਗਰ ਹੁਣ ਇੱਕੋ ਜਿਹੀਆਂ ਲੈਂਥ ਦੀਆਂ ਲਵਾਂਗੇ ਤਾਂ ਮੈਂ ਦੇਵਾਂਗਾ ਤਾਂ ਇੱਕੋ ਨਹੀਂ, ਪਰ ਉਹ ਦੇਖੋ ਨਾਲ ਯੈਲੋ ਆ ਰਹੀ, ਯੈਲੋ ਵੀ ਹਿਲ ਰਹੀ। ਤਾਂ ਇਸ ਤਰ੍ਹਾਂ ਦੇ ਨਾਲ ਇਹ ਕਨਸੈਪਟ, ਹੁਣ ਦੇਖੋ ਅਸੀਂ ਇੱਥੋਂ ਰੈੱਡ ਵਾਲੇ ਨੂੰ ਕਰਾਂਗੇ ਤਾਂ ਰੈੱਡ ਵਾਲੀ ਹਿਲ ਰਹੀ, ਬਾਕੀ ਨਹੀਂ ਕੋਈ ਹਿਲ ਰਹੀ। ਤਾਂ ਇਸ ਸਿਸਟਮ ਦੇ ਨਾਲ ਅਸੀਂ ਉਹਨਾਂ ਨੂੰ ਅਰਥਕੁਏਕ ਕਿਵੇਂ ਆਉਂਦੇ ਆ, ਕਿਹੜੀਆਂ ਬਿਲਡਿੰਗਾਂ ਪਹਿਲਾਂ ਡਿੱਗਣਗੀਆਂ, ਕਿਹੜੀਆਂ ਬਾਅਦ 'ਚ ਡਿੱਗਣਗੀਆਂ, ਉਹ ਉਹਨਾਂ ਨੂੰ ਸਮਝਾਇਆ ਜਾ ਸਕਦਾ। ਇਸੇ ਤਰ੍ਹਾਂ ਦੇ ਨਾਲ ਇਹ ਸਾਡੇ ਕੋਲ ਸੈਂਟਰੀਪੀਟਲ ਫੋਰਸ ਦਾ ਕਨਸੈਪਟ ਆ ਜਾਂਦਾ ਹੈ। ਇਹ ਸਾਡੇ ਕੋਲ ਆ ਜਾਂਦਾ ਹੈ ਕਿ ਪਲੰਬ ਲਾਈਨ ਹੈ ਜਿਹੜੀ, ਗ੍ਰੈਵਿਟੀ ਟਾਵਰ ਹੈ ਜਿਹੜਾ, ਅਸੀਂ ਇਸ ਨੂੰ ਕਹਿ ਦਿੰਦੇ ਹਾਂ ਕਿ ਜੇ ਇਹ ਬਿਲਡਿੰਗ ਟੇਢੀ ਹੋ ਗਈ ਪਰ ਫਿਰ ਵੀ ਨਹੀਂ ਡਿੱਗ ਰਹੀ, ਤਾਂ ਕਾਰਨ ਕੀ ਹੈ? ਹੁਣ ਇਹਦੇ ਵਿੱਚ ਜਿਹੜੀ ਪਲੰਬ ਲਾਈਨ ਲਾਈ ਹੈ, ਸਾਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹੁਣ ਜਿਹੜਾ ਮਿਸਤਰੀ ਹੈ, ਐਕਚੁਅਲ ਦੇ ਵਿੱਚ ਉਹ ਜਿਹੜਾ ਮਿਸਤਰੀ ਹੈ ਨਾ ਸਾਡਾ, ਉਹ ਮਿਸਤਰੀ ਨਹੀਂ ਹੈ, ਉਹ ਇੱਕ ਬਹੁਤ ਵੱਡਾ ਇੰਜੀਨੀਅਰ ਹੈ ਜਿਹੜਾ ਕਿ ਐਡੀਆਂ ਐਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਸਿੱਧੀਆਂ ਬਣਾ ਦਿੰਦਾ ਹੈ ਨਾ ਜੀ। ਉਹਨੇ ਕਿਹੜੀ ਡਿਗਰੀ ਲਈ ਹੈ? ਸੈਂਟਰ ਆਫ ਗ੍ਰੈਵਿਟੀ। ਹਾਂ, ਜਦ ਤੱਕ ਇਹ ਇਹਦੇ ਆਧਾਰ ਤੇ ਰਹੂਗਾ ਉਦੋਂ ਤੱਕ ਇਸ ਗਿਰੂਗੀ ਨਹੀਂ ਬਿਲਡਿੰਗ, ਲੇਕਿਨ ਜਿਵੇਂ ਹੀ ਇਹ ਆਧਾਰ ਤੋਂ ਬਾਹਰ ਆਊਗਾ ਇਹ ਬਿਲਡਿੰਗ ਨੂੰ ਡਿੱਗ ਜਾਣਾ। ਦੇਖੋ ਇਸ ਦੇ ਵਿੱਚ ਕੀ ਹੈ ਕਿ ਐਨਰਜੀ ਕਿਵੇਂ ਸਟੋਰ ਹੁੰਦੀ ਹੈ। ਹੁਣ ਮੈਂ ਇਸ ਨੂੰ ਸਟੋਰ ਕਰਨ ਦੇ ਲਈ ਇਹ ਐਨਰਜੀ ਨੂੰ ਮੈਂ ਇੱਥੇ ਸਟੋਰ ਕਰਤਾ, ਤਾਂ ਇਹ ਜਿਹੜੀ ਹੈ ਸਾਡੇ ਕੋਲ ਪੋਟੈਂਸ਼ੀਅਲ ਐਨਰਜੀ ਬਣ ਗਈ। ਜਿਵੇਂ ਅਸੀਂ ਸਪਰਿੰਗ ਨੂੰ ਟਾਈਟ ਕਰ ਦਈਏ ਤਾਂ ਉਹਦੇ 'ਚ ਐਨਰਜੀ ਸਟੋਰ ਹੋ ਗਈ। ਹੁਣ ਜਦੋਂ ਮੈਂ ਇਸ ਨੂੰ ਇੱਥੋਂ ਛੱਡੂੰਗਾ ਤਾਂ ਤੁਸੀਂ ਦੇਖਣਾ ਵੀ ਇਹ ਕਾਈਨੈਟਿਕ ਐਨਰਜੀ 'ਚ ਕਨਵਰਟ ਹੋਣ ਲੱਗ ਗਿਆ, ਉਹੀ ਫਿਰ ਉਹਨੂੰ ਰੀਸਟੋਰ ਕਰ ਲੈਂਦਾ। ਹੁਣ ਉਹ ਉਸ ਦੇ ਨਾਲੋਂ ਫਿਰ ਚੱਲਣ ਲੱਗ ਜਾਂਦਾ। ਤੋ ਇਸ ਤਰ੍ਹਾਂ ਦੇ ਨਾਲ ਜੇ ਇੱਥੇ 에ਅਰ ਫ੍ਰਿਕਸ਼ਨ ਨਾ ਹੋਵੇ ਤਾਂ ਇਹ ਕਾਫੀ ਦੇਰ ਤੱਕ ਚੱਲਦਾ ਰਹਿ ਸਕਦਾ। ਬੱਚਾ ਖੁਦ ਕਰਕੇ ਜਦੋਂ ਦੇਖੂਗਾ ਨਾ ਤੁਹਾਨੂੰ, ਓਹੋ ਅੱਛਾ ਸਰ, ਉਹ ਦੁਬਾਰਾ ਫੇਰ ਇਸ ਨੂੰ ਵਲੇਟੇ ਜੇ ਆ ਜਾਂਦੇ ਆ। ਉਹ ਵਲੇਟੇ ਕੀ ਹੈ? ਉਹ ਪੋਟੈਂਸ਼ੀਅਲ ਐਨਰਜੀ ਸਟੋਰ ਹੋ ਰਹੀ ਹੈ। ਉਹ ਪੋਟੈਂਸ਼ੀਅਲ ਐਨਰਜੀ ਜਾ ਕਿੱਥੇ ਰਹੀ ਹੈ? ਕਨੈਟਿਕ 'ਚ ਬਦਲ ਰਹੀ ਹੈ। ਪੋਟੈਂਸ਼ੀਅਲ ਐਨਰਜੀ ਜਦੋਂ ਕਨੈਟਿਕ 'ਚ ਬਦਲ ਜਾਂਦੀ ਹੈ ਤਾਂ ਉਹ ਐਨਰਜੀ ਜਿਹੜੀ ਖਤਮ ਨਹੀਂ ਕੀਤੀ ਜਾ ਸਕਦੀ, ਪਰ ਉਹਨੂੰ ਇੱਕ ਕਿਸਮ ਤੋਂ ਦੂਜੀ ਕਿਸਮ 'ਚ ਬਦਲਿਆ ਜਾ ਸਕਦਾ। ਬੱਚਾ ਯਾਦ ਕਰਕੇ ਚਲਾ ਗਿਆ। ਹੁਣ ਸਾਡੀ ਫਿਲਮ 'ਚ ਤਾਂ ਆ ਗਿਆ ਵੀ 2.5 ਕਿਲੋ ਦਾ ਹਾਥ ਹੈ, ਇਹਨੂੰ 2.5 ਕਿਲੋ ਦਾ ਤਾਂ ਕਹਿਤਾ, ਪਰ ਇਹਨੂੰ ਇਹ ਨਹੀਂ ਦੱਸਿਆ ਕਿਸੇ ਨੇ ਵੀ 27 ਹੱਡੀਆਂ ਵਾਲਾ ਹੈ। ਤਾਂ ਇਸ ਨੂੰ 27 ਅਸੀਂ ਗਿਣਾ ਦਿੰਦੇ ਹਾਂ। ਦੇਖੋ 1 2 3, ਤਾਂ ਇੱਕ ਉਂਗਲੀ ਦੇ ਵਿੱਚ 3 3 ਚੌਕੇ 12, 12 ਤੇ 2 14 ਹੋ ਜਾਂਦੀਆਂ, 14 ਤੇ 5 19 ਹੋ ਜਾਂਦੀ, 8 ਗੁੱਟਦੀਆਂ ਹੁੰਦੀਆਂ, 19 ਤੇ 8 27। ਲਓ ਜੀ 27 ਹੱਡੀ। ਤਾਂ ਮੇਰੇ ਖਿਆਲ ਤੇ ਆਉਣ ਵਾਲੀ ਪਿਕਚਰ 'ਚ ਡਾਇਲੌਗ ਆਉਣਾ ਚਾਹੀਦਾ, ये 27 हड्डियों वाला है। तो ये साइंस है बस, और क्या है? बस इस साइंस को पढ़ना है और इस साइंस को समझना है। इट्स वेरी सिंपल। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਧਰੁਵਦੀਪ ਸਿੰਘ। ਗੱਲ ਕਰੀਏ ਸਾਇੰਸ ਦੀ, ਵਿਗਿਆਨ ਦੀ। ਆਪਾਂ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਸੌਣ ਤੋਂ ਲੈ ਕੇ ਜੋ ਵੀ ਕੰਮ ਕਰਦੇ ਆ ਉਹ ਸਾਰੀ ਸਾਇੰਸ ਹੈ, ਪਰ ਕਈਆਂ ਨੂੰ ਸਾਇੰਸ ਬਾਹਲੀ ਔਖੀ ਲੱਗਦੀ ਆ, ਸਮਝ ਨਹੀਂ ਆਉਂਦੀ, ਫਾਰਮੂਲੇ ਸਮਝ ਨਹੀਂ ਆਉਂਦੇ। ਪਰ ਐਸੇ ਸਾਡੇ ਨਾਲ ਇੱਕ ਡਾਕਟਰ ਸਾਹਿਬ ਮੌਜੂਦ ਨੇ, ਡਾਕਟਰ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਇੰਸ ਨੂੰ ਇੱਕ ਐਂਟਰਟੇਨਮੈਂਟ ਦੇ ਤਰੀਕੇ ਨਾਲ ਬੱਚਿਆਂ ਨੂੰ ਸਮਝਾਇਆ ਔਰ ਪੜ੍ਹਾਇਆ ਵੀ। ਇਸ ਸਾਡੇ ਨਾਲ ਮੌਜੂਦ ਜਸਵਿੰਦਰ ਸਿੰਘ ਜੀ, ਗੱਲਬਾਤ ਕਰਦਾ ਤੁਹਾਡਾ ਸਰ ਸਵਾਗਤ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਤੁਹਾਡੀ ਪੂਰਾ ਪੰਜਾਬ ਕਿਆ ਪੂਰਾ ਇੰਡੀਆ ਤੁਹਾਡਾ ਫੈਨ ਆ। ਕਹਿੰਦੇ ਵੀ ਤੁਹਾਨੂੰ ਸਾਇੰਸਮੈਨ ਕਹਿੰਦੇ ਆ ਵੀ ਸਾਇੰਸ ਨੂੰ ਇੰਜੋਏ ਦੇ ਨਾਲ ਕੋਈ ਪੜ੍ਹਾ ਸਕਦਾ, ਡਾਕਟਰ ਜਸਵਿੰਦਰ ਸਿੰਘ ਪੜ੍ਹਾ ਸਕਦੇ ਨੇ। ਤੇ ਅੱਜ ਹੀ ਸਾਨੂੰ ਸਾਡੇ ਨਾਲ ਮਿਲੇ ਸੀ ਤੇ ਗੱਲਬਾਤ ਕੀਤੀ, ਤੇ ਅੱਜ ਸਾਨੂੰ ਥੋੜ੍ਹੇ ਦੱਸਣਗੇ ਸਾਇੰਸ ਬਾਰੇ ਕਿ ਕਿਸ ਤਰੀਕੇ ਨਾਲ ਦੁਨੀਆ 'ਚ ਕੀ ਵਰਕ ਕਰਦਾ ਹੈ ਔਰ ਕਿਵੇਂ ਫਾਰਮੂਲੇ ਸਾਰੇ ਵਰਕ ਕਰਦੇ ਨੇ। ਪਹਿਲਾਂ ਗੱਲਬਾਤ ਕਰਦੇ ਹਾਂ, ਸ਼ੁਰੂ ਕਰਦੇ ਹਾਂ ਸਰ। ਪਹਿਲਾਂ ਇਹ ਤੋਂ ਮਾਡਲ ਸ਼ੁਰੂ ਕਰ ਲੈਣੇ ਆਪਾਂ ਸਰ। ਇਹ ਥੋੜ੍ਹਾ ਇਹਦੇ ਬਾਰੇ ਜਾਣਕਾਰੀ ਕਰਾਓ ਕਿ ਕੀ ਚੀਜ਼ ਹੈ, ਕਿਵੇਂ ਕਰਦੀ ਹੈ। ਬਿਲਕੁਲ, ਦੇਖੋ ਸਾਇੰਸ ਹੈ ਨਾ ਜਿਹੜਾ, ਇਹ ਜਿਸ ਨੂੰ ਕਿਹਾ ਗਿਆ ਪੰਜਾਬੀ ਦੇ ਵਿੱਚ ਵਿਗਿਆਨ ਹੈ। ਵਿਗਿਆਨ ਕੀ ਹੈ? ਵਾਵੇ ਨੂੰ ਸਿਹਾਰੀ ਅੱਗੇ ਲਾਇਆ ਗਿਆਨ। ਮਤਲਬ ਵਿਸ਼ਾਲਤਾ ਨਾਲ ਜਿਹੜਾ ਗਿਆਨ ਹੈ, ਜਿਸ ਦਾ ਮਤਲਬ ਵਿਆਖਿਆ ਕੀਤੀ ਜਾਵੇ, ਗਿਆਨ ਦੀ ਵਿਆਖਿਆ, ਇਸ ਨੂੰ ਵਿਗਿਆਨ ਕਿਹਾ ਗਿਆ। ਹੁਣ ਉਸ ਗਿਆਨ ਦੇ ਵਿੱਚ ਵਿਆਖਿਆ ਕਿਵੇਂ ਕਰਨੀ ਹੈ ਵੀ ਇੱਕ ਸਾਡੇ ਕੋਲ ਆਪਰੇਟਸ ਪਿਆ। ਹੁਣ ਇਸ ਆਪਰੇਟਸ ਦੇ ਵਿੱਚ ਅਸੀਂ ਦੇਖੀਏ ਵੀ 2 ਰਸਤੇ ਬਣਾਏ ਅਸੀਂ। ਦੋਨੋਂ ਜਿਹੜੇ ਬਲੌਕ ਹੈ ਅਸੀਂ ਇੱਕੋ ਜਿਹੇ ਲੈ ਲਏ ਤੇ ਇਹਨਾਂ ਨੂੰ ਇੱਥੋਂ ਅਸੀਂ ਛੱਡਾਂਗੇ
ਤਾਂ ਤੁਸੀਂ ਦੇਖੋਗੇ ਕਿ ਇੱਕ ਆ ਸਟ੍ਰੇਟ ਪਾਥ ਹੈ, ਇੱਕ ਇਹ ਕਰਵਡ ਪਾਥ ਹੈ। ਤਾਂ ਹੁਣ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਸ ਨੂੰ ਮੈਂ ਇੱਥੋਂ ਛੱਡੂਗਾ, ਦੋਨਾਂ ਨੂੰ ਇਕੱਠਿਆਂ ਨੂੰ ਛੱਡੂਗਾ, ਪਰ ਕਿਹੜਾ ਪਹਿਲਾਂ ਪਹੁੰਚਦਾ ਆਪਾਂ ਨੇ ਇਹ ਦੇਖਣਾ ਹੈ। ਪਹਿਲਾਂ ਜ਼ਰਾ ਨੀਚੇ ਵਾਲਾ ਹਾਂ, ਕਰਵਡ ਵਾਲਾ ਪਹਿਲਾਂ ਪਹੁੰਚ ਜਾਂਦਾ, ਜਦ ਕਿ ਸਾਡਾ ਦਿਮਾਗ ਕਹਿੰਦਾ ਸੀਗਾ ਜਿਹੜਾ ਸਿੱਧਾ ਹੈਗਾ ਉਹ ਪਹਿਲਾਂ ਪਹੁੰਚੂਗਾ। ਠੀਕ ਹੈ ਨਾ, ਕਿਉਂਕਿ ਉਸਨੇ ਉੱਥੇ ਐਕਸਲਰੇਸ਼ਨ ਜਿਹੜੀ ਹੈ ਉਹ ਗੇਨ ਕਰ ਲੈਣੀ ਹੈ। ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਹੁਣ ਦੇਖਣ ਨੂੰ ਗੱਲ ਹੋਰ ਸੀਗੀ, ਪਰ ਕਰਕੇ ਜਦੋਂ ਅਸੀਂ ਦੇਖਿਆ ਹੱਥਾਂ ਦੇ ਨਾਲ ਤਾਂ ਸਾਨੂੰ ਬੜਾ ਫਰਕ ਲੱਗਿਆ ਵੀ ਉਹ ਅੱਛਾ, ਇਹ ਤਾਂ ਮੈਂ ਗਲਤੀ ਸੋਚੀ ਜਾਂਦਾ ਸੀਗਾ ਤੇ ਇਹ ਤਾਂ ਇਸ ਤਰ੍ਹਾਂ ਹੋ ਸਕਦਾ ਸੀਗਾ। ਇਹਦਾ ਏਰੀਆ ਜ਼ਿਆਦਾ ਹੈ। ਹਾਂ, ਦੇਖੋ ਇਸ ਦੇ ਵਿੱਚ ਇਹ ਜਿਹੜੀ ਕਰਵ ਹੈ ਨਾ, ਇਹ ਇਸ ਨੂੰ ਸਪੀਡ ਮੇਨਟੇਨ ਕਰਾ ਦਿੰਦੀ ਹੈ। ਹੁਣ ਇੱਥੇ ਜਿਹੜੀ ਸਟ੍ਰੇਟ ਲਾਈਨ ਹੋਣ ਕਰਕੇ ਉਹਦੀ ਸਪੀਡ ਨਹੀਂ ਬਣਦੀ, ਉਹ ਸਪੀਡ ਦੇ ਨਾਲ ਉਸ ਤੋਂ ਅੱਗੇ ਲੰਘ ਜਾਂਦਾ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਇਹ ਵਿਗਿਆਨ ਹੈ ਜਿਹੜਾ ਉਸ ਦੇ ਬਾਰੇ ਦੱਸ ਸਕਦੇ ਹਾਂ ਕਿ ਇਹ ਵਿਗਿਆਨ ਕਿਸ ਤਰ੍ਹਾਂ ਸਾਡੇ ਲਈ ਕੰਮ ਕਰ ਰਿਹਾ। ਇਹ ਦੇਖੋ ਇੱਧਰ ਤੁਹਾਡੇ ਲਈ ਮੈਂ ਦੱਸਾਂ ਕਿ ਇਹ ਮਾਈਕਰੋਸਕੋਪ, ਮਾਈਕਰੋ ਦਾ ਮਤਲਬ ਹੁੰਦਾ ਬਹੁਤ ਸੂਖਸ਼ਮ ਛੋਟੀਆਂ ਚੀਜ਼ਾਂ, ਉਹ ਚੀਜ਼ਾਂ ਜਿਹੜੀਆਂ ਅਸੀਂ ਆਪਣੀ ਅੱਖ ਦੇ ਨਾਲ ਨਹੀਂ ਦੇਖ ਸਕਦੇ, ਤੇ ਅੱਖ ਦੇ ਉੱਤੇ ਜੇ ਅਸੀਂ ਲੈਂਸ ਲਗਾ ਲਈਏ ਤਾਂ ਵੀ ਨਹੀਂ ਦੇਖ ਸਕਦੇ। ਪਰ ਇੱਕ ਮਾਈਕਰੋਸਕੋਪ ਹੈ ਸਾਡੀ, ਜਿਸ ਦੇ ਵਿੱਚ 2 ਲੈਂਸ ਲਗਾ ਕੇ ਇਸ ਨੂੰ ਕੰਬੀਨੇਸ਼ਨ ਬਣਾ ਕੇ ਸਾਡੇ ਕੋਲ ਆਇਆ। ਤਾਂ ਹੁਣ ਇਸ ਦੇ ਵਿੱਚ ਅਸੀਂ ਸਲਾਈਡਸ, ਕੋਈ ਬਲੱਡ ਟੈਸਟ ਕਰਨੇ ਆ, ਕੁਝ ਕਰਨਾ ਹੈ, ਤਾਂ ਉਹ ਅਸੀਂ ਚੀਜ਼ਾਂ ਇਸ ਦੇ ਨਾਲ ਅਸੀਂ ਕਰ ਸਕਦੇ ਹਾਂ। ਤਾਂ ਇੱਥੇ ਇਸ ਜਿਹੜਾ ਇਹ ਸਾਡਾ ਪ੍ਰੋਜੈਕਟ ਹੈ, ਸਾਇੰਸ ਐਗਜ਼ੀਬਿਸ਼ਨ ਬੱਸ ਹੈ ਜਿਹੜੀ, ਉਸ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਕਰਨ ਨੂੰ ਦੇਵਾਂਗੇ, ਕਰਕੇ ਦਿਖਾਵਾਂਗੇ, ਫਿਰ ਉਹ ਕਰਕੇ ਦੇਖਣਗੇ, ਖੁਦ ਕਰਕੇ ਦੇਖਣਗੇ। ਕਿਉਂਕਿ ਜਦੋਂ ਉਸ ਬੱਚੇ ਨੂੰ ਅਸੀਂ ਇਸ ਤਰ੍ਹਾਂ ਹੀ ਦਿਖਾਤਾ ਵੀ ਆਹ ਟੈਸਟ ਟਿਊਬ ਪਈ ਹੈ, ਇਹਦੇ ਵਿੱਚ ਕੀ ਹੈ, ਉਹਨੂੰ ਕੀ ਪਤਾ ਕੀ ਹੈ। ਪਰ ਜਦੋਂ ਆਪਣੇ ਹੱਥ ਦੇ ਵਿੱਚ ਫੜ ਕੇ ਇਸ ਨੂੰ ਦੇਖੇਗਾ ਕਿ ਉਹ ਅੱਛਾ ਆਹ ਦੇਖੋ ਇਹਦੇ ਵਿੱਚ, ਆਹ ਦੇਖੋ ਜੀ, ਹਾਂਜੀ ਇਹ ਕਿਸ ਤਰ੍ਹਾਂ ਦੇ ਨਾਲ ਜਿਉਂਦੇ ਆ। ਉੱਪਰੋਂ ਅਸੀਂ ਬੰਦ ਕਰ ਰੱਖਿਆ, ਪਰ ਫਿਰ ਜਿਉਂਦੇ ਕਿਉਂ ਹੈ ਇਹ? ਮਤਲਬ ਬੱਚੇ ਦੇ ਦਿਮਾਗ ਦੇ ਵਿੱਚ ਜਿਹੜੀ ਇਹ ਚਿਣਕ ਭਰਨੀ ਹੈ ਨਾ ਕਿ ਇਹ ਕਿਸ ਤਰ੍ਹਾਂ ਦੇ ਨਾਲ ਇਹ ਸੰਸਾਰ ਚੱਲ ਰਿਹਾ ਹੈ। ਇਸ ਤੋਂ ਵੀ ਸੂਖਸ਼ਮ ਜੀਵ ਹੈ ਜਿਹੜੇ ਸਾਡੇ ਕੋਲ, ਬੈਕਟੀਰੀਆ ਹੈ ਨਾ, ਉਸ ਤੋਂ ਵੀ ਸੂਖਸ਼ਮ ਜੀਵ ਜਿਹੜੇ ਅਮੀਬਾ, ਜਿਹੜਾ ਕਿ ਸਾਨੂੰ ਅੱਖ ਨਾਲ ਦਿਖਦਾ ਹੀ ਨਹੀਂ ਹੈ। ਤੇ ਉਸ ਦੇ ਵਿੱਚ ਜੇ ਗੱਲ ਕੀਤੀ ਜਾਵੇ, ਜਿਹੜੀ ਚੀਜ਼ ਦਿਖਦੀ ਨਹੀਂ ਹੈ ਉਹਦੇ 'ਚ 1 ਲੱਖ ਐਟਮ ਹੈ। ਜਿਵੇਂ ਪਰਮਾਣੂ, ਉਹ ਪਰਮਾਣੂ ਜਿਸ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ, ਉਸ ਪਰਮਾਣੂ ਦੇ ਵਿੱਚ ਫਿਰ ਲੈ ਕੇ ਸਾਇੰਸਦਾਨ ਸਾਨੂੰ ਕਹਿੰਦੇ ਜੀ ਇਹਦੇ 'ਚ ਇੱਕ ਨਿਊਕਲੀਅਸ ਹੈ। ਫਿਰ ਉਹਦੇ ਵਿੱਚ ਲੈ ਗਏ, ਕਹਿੰਦੇ ਨਿਊਕਲੀਅਸ ਦੇ ਵਿੱਚ ਵੀ ਪ੍ਰੋਟੋਨ ਤੇ ਨਿਊਟਰੋਨ ਬੈਠੇ ਆ। ਫਿਰ ਉਸ ਦੇ ਅੱਗੇ ਚੱਲ ਗਏ, ਕਹਿੰਦੇ ਪ੍ਰੋਟੋਨ ਪੋਜ਼ਿਟਿਵ ਚਾਰਜ ਹੈ, ਨਿਊਟਰੋਨ ਤੇ ਕੋਈ ਚਾਰਜ ਨਹੀਂ ਹੈ। ਫਿਰ ਇਸ ਨੂੰ ਬਰਾਬਰ ਕਰਨ ਦੇ ਲਈ ਇਹਦੇ ਆਲੇ ਦੁਆਲੇ ਇਲੈਕਟ੍ਰੋਨ ਨੈਗੇਟਿਵ ਚਾਰਜ ਹੈ, ਉਨਾ ਹੀ ਨੈਗੇਟਿਵ ਹੈ ਉਨਾ ਹੀ ਪੋਜ਼ਿਟਿਵ ਹੈ। ਇਸ ਲਈ ਕਿਸੇ ਵੀ ਚੀਜ਼ ਦੇ ਵਿੱਚੋਂ ਸਾਨੂੰ ਕੋਈ ਵੀ ਮਤਲਬ ਵੀ ਝਟਕਾ ਨਹੀਂ ਲੱਗਦਾ ਹੈ, ਕਿਉਂਕਿ ਉਹ ਇਲੈਕਟ੍ਰੀਕਲੀ ਨਿਊਟਰਲ ਬਣ ਜਾਂਦੀ ਹੈ। ਜਿੰਨਾ ਪੋਜ਼ਿਟਿਵ ਚਾਰਜ ਹੁੰਦਾ ਉਨਾ ਹੀ ਨਹੀਂ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ, ਜਿਹੜੀ ਅਸੀਂ ਸਟੱਡੀ ਕਰਵਾਉਂਦੇ ਹਾਂ, ਪੜ੍ਹਾਇਆ ਜਾਂਦਾ ਕਿਤਾਬਾਂ ਦੇ ਰਾਹੀਂ, ਉਸ ਕਿਤਾਬਾਂ ਦੇ ਰਾਹੀਂ ਪੜ੍ਹਾਏ ਨੂੰ ਜਦੋਂ ਖੁਦ ਆਪਣੇ ਹੱਥੀਂ ਕਰਕੇ ਦੇਖਣਗੇ ਤਾਂ ਉਹ ਇੰਜੋਇਮੈਂਟ ਦੇ ਵਿੱਚ ਆ ਕੇ ਸਿੱਖ ਜਾਣਗੇ, ਤੇ ਉਹ ਸਾਇੰਸਦਾਨ ਬਣਨ ਦੇ ਵੱਲ ਇੱਕ ਬਹੁਤ ਵੱਡਾ ਕਦਮ ਹੋਊਗਾ। ਤਾਂ ਇਸ ਤਰ੍ਹਾਂ ਦੇ ਨਾਲ ਦੇਖੋ ਇਹ ਚੀਜ਼ਾਂ ਦੇਖਣ ਨੂੰ ਬੜੀਆਂ ਛੋਟੀਆਂ ਜਿਹੀਆਂ ਲੱਗਦੀਆਂ ਵੀ ਆਹ ਹੁਣ 2 ਅਸੀਂ ਚੀਜ਼ਾਂ ਇਸ ਦੇ ਨਾਲ ਭਾਰ ਬੰਨ੍ਹ ਕੇ ਲਟਕਾਤੇ ਹੋਏ ਹਾਂ। ਤਾਂ ਅਸਲ ਦੇ ਵਿੱਚ ਕੀ ਹੈ ਕਿ ਇੱਕ ਅਗਰ ਪੈਂਡੂਲਮ ਨੂੰ ਅਸੀਂ ਮੂਵਮੈਂਟ ਦਿੰਨੇ ਆ ਤੇ ਦੂਜਾ ਨਾਲ ਹਿੱਲਣ ਲੱਗ ਗਿਆ, ਇਸ ਨੂੰ ਕਹਿੰਦੇ ਕਪਲਡ। ਕਹਿੰਦੇ ਜੀ ਜੋੜਾ ਬਣ ਗਿਆ। ਤਾਂ ਜੋੜਾ ਕਿਵੇਂ ਬਣ ਗਿਆ, ਤਾਂ ਸਾਡੀ ਬੈਲੈਂਸਡ ਲਾਈਫ ਕਿਵੇਂ ਚੱਲੂਗੀ, ਠੀਕ ਹੈ ਨਾ। ਤਾਂ ਇੱਕ ਬੜੀ ਸੋਹਣੀ ਜਿਹੀ ਐਗਜ਼ਾਮਪਲ ਹੈ ਕਿ ਬੈਲੈਂਸ ਲਾਈਫ ਨੂੰ ਚਲਾਉਣ ਦੇ ਲਈ ਜੇ ਇੱਕ ਬੰਦਾ ਵੀ ਕੰਮ ਕਰੇ ਤਾਂ ਦੂਸਰਾ ਉਹਦੇ ਅਨੁਸਾਰ ਚੱਲੀ ਜਾਵੇ, ਉਹ ਆਪਣੇ ਆਪ ਹੀ ਕਪਲਡ ਹੋ ਜਾਣਾ ਉਸਨੇ। ਤਾਂ ਇਹ ਸਾਇੰਸ ਸਾਨੂੰ ਸਿਖਾ ਰਹੀ ਹੈ ਸਾਰਾ ਕੁਝ, ਜੀਵਨ ਸਾਰਾ ਕੁਝ ਸਾਇੰਸ ਸਿਖਾਉਂਦੀ ਹੈ ਕਿ ਕੀ ਕਰਨਾ। ਹੁਣ ਦੇਖੋ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਇਹ ਅਲੱਗ-ਅਲੱਗ ਐਂਗਲਸ ਨੇ ਸਾਡੇ ਕੋਲ, ਵੀ ਇਸ ਐਂਗਲ ਤੇ ਕਿੰਨੇ ਇਮੇਜ ਬਣਨਗੇ, ਇਸ ਐਂਗਲ ਤੇ ਇੱਥੇ ਦੇਖਾਂਗੇ ਇਹ ਮਿਰਰ ਹੈ, ਮਿਰਰ ਦੇ ਵਿੱਚ ਕੀ ਰਿਫਲੈਕਸ਼ਨ ਹੈ। ਜਦੋਂ ਇੱਕ ਲਾਈਟ ਚਮਕਦਾਰ ਸਤ੍ਹਾ ਤੇ ਪੈਂਦੀ ਹੈ ਤਾਂ ਉੱਥੋਂ ਵਾਪਸ ਆਉਂਦੀ ਹੈ, ਜਿਹਨੂੰ ਰਿਫਲੈਕਸ਼ਨ ਦਾ ਫਨੋਮੇਨਾ ਕਿਹਾ ਜਾਂਦਾ। ਤਾਂ ਉਸ ਤਰ੍ਹਾਂ ਦੇ ਨਾਲ ਇਹ ਸਾਡੇ ਕੋਲ ਫਾਰਮੂਲਾ ਦਿੱਤਾ ਸਾਡੇ ਸਾਇੰਸਦਾਨਾਂ ਨੇ, 360 ਬਟਾ ਜਿੰਨਾ ਐਂਗਲ ਹੈ ਉਹਨੂੰ ਡਿਵਾਈਡ ਕਰਕੇ ਉਹਦੇ ਚੋਂ 1 ਘਟਾ ਦੇਣਾ। ਮਤਲਬ ਜੇ ਅਸੀਂ ਇਹਨੂੰ 60 ਤੇ ਰੱਖਿਆ ਤਾਂ ਤੁਸੀਂ ਇਸ ਨੂੰ ਦੇਖ ਸਕਦੇ ਹੋ, ਜਦੋਂ ਅਸੀਂ ਇਸ ਨੂੰ 60 ਤੇ ਰੱਖਿਆ ਤਾਂ 360 ਬਟਾ 60, 60 ਛੀਕਾ 360, 6 - 1 5। ਤਾਂ ਇਸ ਦੇ ਵਿੱਚ ਜਦੋਂ ਅਸੀਂ ਦੇਖਾਂਗੇ ਤਾਂ ਸਾਨੂੰ 5 ਇਮੇਜ ਨਜ਼ਰ ਆਉਣਗੇ। ਤਾਂ ਇਸ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਤਾਂ 5 ਇਮੇਜ ਨਜ਼ਰ ਆਉਣਗੇ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰੈਕਟੀਕਲੀ ਜਦੋਂ ਬੱਚਾ ਕਰਦਾ ਨਾ, ਕੱਲਾ ਫਾਰਮੂਲਾ ਦਿਖਣ ਨਾਲ ਨਹੀਂ, ਹੁਣ ਉਹਨੂੰ ਪਤਾ ਲੱਗ ਰਿਹਾ ਹਾਂ ਓਏ ਇਹ ਤਾਂ ਸੱਚੀ ਇੰਨੀਆਂ ਹੋ ਗਈ, ਠੀਕ ਹੈ ਨਾ। ਇਹ ਫਾਰਮੂਲਾ ਐਵੇਂ ਛੇਤੀ ਯਾਦ ਹੋ ਜਾਂਦਾ ਕਿ ਬੱਚੇ ਨੂੰ ਉਹ ਯਾਦ ਨਹੀਂ ਹੁੰਦਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਵੀ ਗੱਲ ਹੈ। ਤੇ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਦੇਖੋ ਲੀਵਰ, ਹੁਣ ਜੇ ਮੈਂ ਚਾਹਾਂ ਵੀ ਇਸ ਲੀਵਰ ਨੂੰ ਜਿਹੜਾ ਹੈ 2 ਹੱਥਾਂ ਤੋਂ ਬਿਨਾਂ ਨਹੀਂ ਮੈਂ ਚੱਕ ਸਕਦਾ ਇਸ ਚੀਜ਼ ਨੂੰ, ਜੇ ਇਹਦੇ 'ਚ ਭਾਰ ਹੈਗਾ ਤਾਂ। ਲੇਕਿਨ ਇਹ ਲੀਵਰ ਇੱਕ ਐਸੀ ਡਿਵਾਈਸ ਬਣਾਤੀ ਸਾਡੇ ਸਾਇੰਸਦਾਨਾਂ ਨੇ। ਹਾਂਜੀ ਦੇਖੋ ਮੈਂ ਇੱਥੇ ਜਿਹੜਾ
ਕੋਸ਼ਿਸ਼ ਕੀਤੀ ਹੈ। ਹਾਂ, ਸਿੰਪਲ ਇੱਕ ਉਂਗਲੀ ਦੇ ਨਾਲ ਮਤਲਬ ਵੀ ਮੈਂ ਉਹ ਜਿਹੜਾ weight ਹੈ ਉਹ ਉਸ ਨੂੰ ਚੱਕ ਸਕਦਾ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਲੀਵਰ ਕਿਵੇਂ ਕੰਮ ਕਰਦੇ ਆ, ਲੀਵਰ ਕਿੰਨੀ ਤਰ੍ਹਾਂ ਦੇ ਹੁੰਦੇ ਆ, ਇਹ ਸਾਰੀਆਂ ਉਹਨਾਂ ਨੂੰ ਕਿਤਾਬਾਂ 'ਚ ਲਿਖੀਆਂ ਹੋਈਆਂ। ਪਰ ਜਦ ਤੱਕ ਉਹ ਹੱਥ ਦੇ ਨਾਲ ਇਸ ਨੂੰ ਕਰਕੇ ਨਹੀਂ ਨਾ ਦੇਖਣਗੇ, ਉਦੋਂ ਤੱਕ ਨਹੀਂ ਪਤਾ ਲੱਗ। ਹਾਂ, ਇੱਥੇ ਇਹ ਵੀ ਹੋ ਸਕਦਾ ਹੈ ਵੀ ਕੁਝ ਬੱਚੇ ਆਣਗੇ, ਉਹ ਇਸ ਨੂੰ ਕੋਈ ਹੈਂਡਲਿੰਗ ਵੇਲੇ ਕੁਝ ਇਸ ਤਰ੍ਹਾਂ, ਲੇਕਿਨ ਕੋਈ ਡਰਨ ਦੀ ਲੋੜ ਨਹੀਂ ਹੈ ਸਾਨੂੰ, ਕਿਉਂਕਿ ਸਾਡੇ ਕੋਲ ਆਪਰੇਟਰਸ ਅਸੀਂ ਬਣਾਇਆ, ਇਸ ਨੂੰ ਫਿਰ ਬਣਾ ਲਾਂਗੇ। ਲੇਕਿਨ ਬੱਚੇ ਨੂੰ ਅਸੀਂ ਫ੍ਰੀ ਛੱਡਾਂਗੇ ਵੀ ਬੇਟੇ ਤੂੰ ਇਸ ਨੂੰ ਸਾਡੀ ਸੁਪਰਵਿਜ਼ਨ ਦੇ ਵਿੱਚ ਕਰਕੇ ਦੇਖ, ਜਿੰਨੇ ਵਾਰੀ ਮਰਜ਼ੀ ਕਰਕੇ ਦੇਖ। ਤੇ ਇਸ ਤਰ੍ਹਾਂ ਇਹ ਸਾਰੇ ਕੈਮੀਕਲਸ ਹੈ ਸਾਡੇ ਕੋਲ। ਇਸੇ ਤਰ੍ਹਾਂ ਦੇ ਨਾਲ ਇਹ ਸਾਡੇ ਕੋਲ ਸੈਂਟਰੀਪੀਟਲ ਫੋਰਸ ਦਾ ਕਨਸੈਪਟ ਆ ਜਾਂਦਾ ਹੈ। ਇਹ ਸਾਡੇ ਕੋਲ ਆ ਜਾਂਦਾ ਹੈ ਕਿ ਪਲੰਬ ਲਾਈਨ ਹੈ ਜਿਹੜੀ, ਗ੍ਰੈਵਿਟੀ ਟਾਵਰ ਹੈ ਜਿਹੜਾ, ਅਸੀਂ ਇਸ ਨੂੰ ਕਹਿ ਦਿੰਦੇ ਹਾਂ ਕਿ ਜੇ ਇਹ ਬਿਲਡਿੰਗ ਟੇਢੀ ਹੋ ਗਈ ਪਰ ਫਿਰ ਵੀ ਨਹੀਂ ਡਿੱਗ ਰਹੀ, ਦਾ ਕਾਰਨ ਕੀ ਹੈ? ਹੁਣ ਇਹਦੇ ਵਿੱਚ ਜਿਹੜੀ ਪਲੰਬ ਲਾਈਨ ਲਾਈ ਹੈ, ਸਾਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹੁਣ ਜਿਹੜਾ ਮਿਸਤਰੀ ਹੈ, ਐਕਚੁਅਲ ਦੇ ਵਿੱਚ ਉਹ ਜਿਹੜਾ ਮਿਸਤਰੀ ਹੈ ਨਾ ਸਾਡਾ, ਉਹ ਮਿਸਤਰੀ ਨਹੀਂ ਹੈ, ਉਹ ਇੱਕ ਬਹੁਤ ਵੱਡਾ ਇੰਜੀਨੀਅਰ ਹੈ, ਜਿਹੜਾ ਕਿ ਐਡੀਆਂ ਐਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਸਿੱਧੀਆਂ ਬਣਾ ਦਿੰਦਾ ਹੈ ਨਾ ਜੀ। ਉਹਨੇ ਕਿਹੜੀ ਡਿਗਰੀ ਲਈ ਹੈ? ਪਰ ਇਸੇ ਤਰ੍ਹਾਂ ਹੀ ਜਿਹੜੇ ਸਾਇੰਸਦਾਨ ਹੈ ਸਾਡੇ, ਉਹ ਸੋਚ ਕੇ ਇਹਨਾਂ ਚੀਜ਼ਾਂ ਨੂੰ ਕਰ ਦਿੰਦੇ ਆ। ਸੈਂਟਰ ਆਫ ਗ੍ਰੈਵਿਟੀ, ਹਾਂ, ਜਦ ਤੱਕ ਇਹ ਇਹਦੇ ਆਧਾਰ ਤੇ ਰਹੂਗਾ ਉਦੋਂ ਤੱਕ ਇਸ ਗਿਰੂਗੀ ਨਹੀਂ ਬਿਲਡਿੰਗ, ਲੇਕਿਨ ਜਿਵੇਂ ਹੀ ਇਹ ਆਧਾਰ ਤੋਂ ਬਾਹਰ ਆਊਗਾ ਇਹ ਬਿਲਡਿੰਗ ਨੇ ਡਿੱਗ ਜਾਣਾ। ਤੋ ਇਸ ਤਰ੍ਹਾਂ ਦੇ ਨਾਲ ਇਹ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦਾ ਕੀ ਇੰਪੋਰਟੈਂਸ ਹੈ, ਸੈਂਟਰ ਆਫ ਮਾਸ ਕਿੱਥੇ ਹੋਣਾ ਚਾਹੀਦਾ। ਤੋ ਇਸ ਤਰੀਕੇ ਦੇ ਨਾਲ ਅੱਗੇ ਸੈਂਟਰੀਪੀਟਲ ਫੋਰਸ ਨੂੰ ਦਰਸਾਇਆ ਗਿਆ ਕਿ ਦੇਖੋ ਜਦੋਂ ਅਸੀਂ ਇਸ ਨੂੰ ਘੁਮਾ ਦਿੰਨੇ ਆ ਇੱਥੋਂ, ਤਾਂ ਉਹ ਬਾਲਸ ਹੈ ਜਿਹੜੀਆਂ ਬਾਹਰ ਨੂੰ ਨਿਕਲ ਕੇ ਆ ਜਾਂਦੀਆਂ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਹੀ ਰੈਜ਼ੋਨੈਂਸ ਦਾ ਕਨਸੈਪਟ ਤੁਸੀਂ ਦੇਖ ਸਕਦੇ ਹੋ ਕਿ ਰੈਜ਼ੋਨੈਂਸ ਦੋ ਇੱਕੋ ਜਿਹੀਆਂ ਚੀਜ਼ਾਂ 'ਚ ਹੋਏਗੀ। ਦੇਖੋ ਮੈਂ ਇਹ ਵਾਈਟ ਵਾਲੀ ਸਟ੍ਰਿਪ ਨੂੰ ਜਦੋਂ ਮੂਵਮੈਂਟ ਦਿੰਨਾ ਤਾਂ ਸਿਰਫ ਵਾਈਟ ਵਾਲੀ ਹੈ ਜਿਹੜੀ ਇਹ ਵਾਈਬ੍ਰੇਸ਼ਨਸ 'ਚ ਹੈ, ਲੇਕਿਨ ਅਗਰ ਹੁਣ ਇੱਕੋ ਜਿਹੀਆਂ ਲੈਂਥ ਦੀਆਂ ਲਵਾਂਗੇ ਤਾਂ ਮੈਂ ਦੇਵਾਂਗਾ ਤਾਂ ਇੱਕੋ ਨਹੀਂ, ਪਰ ਉਹ ਦੇਖੋ ਨਾਲ ਯੈਲੋ ਆ ਰਹੀ, ਯੈਲੋ ਵੀ ਹਿਲ ਰਹੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਇਹ ਕਨਸੈਪਟ, ਹੁਣ ਦੇਖੋ ਅਸੀਂ ਇੱਥੋਂ ਰੈੱਡ ਵਾਲੇ ਨੂੰ ਕਰਾਂਗੇ ਤਾਂ ਰੈੱਡ ਵਾਲੇ ਹਿਲ ਰਹੇ ਆ, ਬਾਕੀ ਨਹੀਂ ਕੋਈ ਹਿਲ ਰਹੇ। ਤਾਂ ਇਸ ਸਿਸਟਮ ਦੇ ਨਾਲ ਅਸੀਂ ਉਹਨਾਂ ਨੂੰ ਅਰਥਕੁਏਕ ਕਿਵੇਂ ਆਉਂਦੇ ਆ, ਕਿਹੜੀਆਂ ਬਿਲਡਿੰਗਾਂ ਪਹਿਲਾਂ ਡਿੱਗਣਗੀਆਂ, ਕਿਹੜੀਆਂ ਬਾਅਦ 'ਚ ਡਿੱਗਣਗੀਆਂ, ਉਹ ਉਹਨਾਂ ਨੂੰ ਸਮਝਾਇਆ ਜਾ ਸਕਦਾ। ਤੋ ਇਸ ਤਰ੍ਹਾਂ ਦੇ ਨਾਲ ਇਹ ਵਿਗਿਆਨ ਹੈ ਜਿਹੜਾ ਘਰ ਘਰ ਤੱਕ ਪਹੁੰਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਇਹਨਾਂ ਪਖੰਡਵਾਦ ਤੋਂ ਬਚ ਸਕੀਏ। ਸਹੀ ਗੱਲ ਹੈ ਸਰ। ਇਹ ਤਾਂ ਦੱਸੋਗੇ ਇੱਧਰ ਵੀ ਇੱਕ ਹੈਗੇ ਨੇ ਜਿਵੇਂ ਨਾਲ, ਹਾਂ ਦੇਖੋ ਇਸ ਦੇ ਵਿੱਚ ਕੀ ਹੈ ਕਿ એનર્ਜੀ ਕਿਵੇਂ ਸਟੋਰ ਹੁੰਦੀ ਹੈ। ਹੁਣ ਮੈਂ ਇਸ ਨੂੰ ਸਟੋਰ ਕਰਨ ਦੇ ਲਈ ਇਹ એનર્ਜੀ ਨੂੰ ਮੈਂ ਇੱਥੇ ਸਟੋਰ ਕਰਤਾ, ਤਾਂ ਇਹ ਜਿਹੜੀ ਹੈ ਸਾਡੇ ਕੋਲ ਪੋਟੈਂਸ਼ੀਅਲ એનર્ਜੀ ਬਣ ਗਈ। ਜਿਵੇਂ ਅਸੀਂ ਸਪਰਿੰਗ ਨੂੰ ਟਾਈਟ ਕਰ ਦਈਏ ਤਾਂ ਉਹਦੇ 'ਚ એનર્ਜੀ ਸਟੋਰ ਹੋ ਗਈ। ਹੁਣ ਜਦੋਂ ਮੈਂ ਇਸ ਨੂੰ ਇੱਥੋਂ ਛੱਡੂੰਗਾ ਤਾਂ ਤੁਸੀਂ ਦੇਖਣਾ ਵੀ ਇਹ ਕਾਈਨੈਟਿਕ એનર્ਜੀ 'ਚ ਕਨਵਰਟ ਹੋਣ ਲੱਗ ਗਿਆ ਹੈ। ਉਹੀ ਫਿਰ ਉਹਨੂੰ ਰੀਸਟੋਰ ਕਰ ਲੈਂਦਾ, ਹੁਣ ਉਹ ਉਸ ਦੇ ਨਾਲੋਂ ਫਿਰ ਚੱਲਣ ਲੱਗ ਜਾਂਦਾ। ਤੋ ਇਸ ਤਰ੍ਹਾਂ ਦੇ ਨਾਲ ਜੇ ਇੱਥੇ 에ਅਰ ਫ੍ਰਿਕਸ਼ਨ ਨਾ ਹੋਵੇ ਤਾਂ ਇਹ ਕਾਫੀ ਦੇਰ ਤੱਕ ਚੱਲਦਾ ਰਹਿ ਸਕਦਾ। ਮਤਲਬ ਕਿ ਰੱਟੇ ਮਰਾਉਣਾ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਮੈਂ ਕਹਿੰਦਾ ਵਧੀਆ ਬੱਚੇ ਸਿੱਖਣਗੇ। ਬੱਚਾ ਖੁਦ ਕਰਕੇ ਜਦੋਂ ਦੇਖੂਗਾ ਨਾ ਤੁਹਾਨੂੰ, ਓਹੋ ਅੱਛਾ ਸਰ, ਉਹ ਦੁਬਾਰਾ ਫੇਰ ਇਸ ਨੂੰ ਬਲੇਟੇ ਜੇ ਆ ਜਾਂਦੇ ਆ। ਉਹ ਬਲੇਟੇ ਕੀ ਹੈ? ਉਹ ਪੋਟੈਂਸ਼ੀਅਲ એનર્ਜੀ ਸਟੋਰ ਹੋ ਰਹੀ ਹੈ। ਉਹ ਪੋਟੈਂਸ਼ੀਅਲ એનર્ਜੀ ਜਾ ਕਿੱਥੇ ਰਹੀ ਹੈ? ਕਿਨੈਟਿਕ 'ਚ ਬਦਲ ਰਹੀ ਹੈ। ਪੋਟੈਂਸ਼ੀਅਲ એનર્ਜੀ ਜਦੋਂ ਕਿਨੈਟਿਕ 'ਚ ਬਦਲ ਜਾਂਦੀ ਹੈ ਤਾਂ ਉਹ એનર્ਜੀ ਜਿਹੜੀ ਖਤਮ ਨਹੀਂ ਕੀਤੀ ਜਾ ਸਕਦੀ, ਪਰ ਉਹਨੂੰ ਇੱਕ ਕਿਸਮ ਤੋਂ ਦੂਜੀ ਕਿਸਮ 'ਚ ਬਦਲਿਆ ਜਾ ਸਕਦਾ। ਬੱਚਾ ਯਾਦ ਕਰਕੇ ਚਲਾ ਗਿਆ, ਉਹ ਯਾਦ ਆ ਜਾਂਦਾ ਅੱਗੇ ਬੰਦੇ ਨੂੰ। ਉਹਨੂੰ ਭਾਵੇਂ ਆਨਸਰ ਭਾਵੇਂ ਨਾ ਯਾਦ ਹੋਵੇ, ਇਹ ਚੀਜ਼ ਯਾਦ ਆ ਜਾਂਦੀ, ਇਹ ਯਾਦ ਆ ਪੇਪਰ ਤੇ ਬਹਿ ਕੇ ਯਾਦ ਆ ਜਾਣਾ। ਬਿਲਕੁਲ ਬਿਲਕੁਲ। ਉਹ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਉਸ ਨੂੰ ਪੂਰਾ ਮਤਲਬ ਚੰਗੀ ਤਰ੍ਹਾਂ ਇੱਥੇ ਯਾਦ ਹੋ ਗਿਆ। ਹੁਣ ਇੱਕ ਕਨਸੈਪਟ ਉਸ ਨੂੰ ਇੱਥੋਂ ਜੇ ਲੈ ਕੇ ਜਾਏਗਾ ਸਾਡੇ ਕੋਲੋਂ, ਤਾਂ ਉਸ ਨੂੰ ਇਹ ਗੱਲ ਸਮਝ ਆ ਜਾਏਗੀ ਵੀ ਯਾਰ ਇਹ ਤਾਂ ਬੜਾ ਆਸਾਨ ਸੀਗਾ ਸਾਡੇ ਲਈ। ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਬੱਚੇ ਨੂੰ ਦੱਸਣਾ, ਬੱਚੇ ਨੂੰ ਲੈ ਕੇ ਜਾਣਾ, ਉਸ ਨੂੰ ਦੱਸਣਾ ਵੀ ਸਾਡਾ ਹਿਊਮਨ ਸਕੈਲੇਟਨ ਹੈ ਜਿਹੜਾ ਮਨੁੱਖੀ ਸਰੀਰ ਹੈ, ਇਹ 'ਚ ਕਿੰਨੀਆਂ ਹੱਡੀਆਂ? 206 ਤਾਂ ਹਰ ਕੋਈ ਕਹਿ ਲੈਂਦਾ, ਪਰ 206 ਗਿਣ ਕੇ ਕਿਹਨੇ ਦਿਖਾਈਆਂ? ਉਹਦੀ ਗਿਣਤੀ ਕਰਾਣੀ ਵੀ ਕਿੱਥੇ ਕਿੰਨੀਆਂ ਹੈ। ਹਾਂਜੀ, ਹੁਣ ਸਾਡੀ ਫਿਲਮ 'ਚ ਤਾਂ ਆ ਗਿਆ ਵੀ 2.5 ਕਿਲੋ ਦਾ ਹੱਥ ਹੈ, ਇਹਨੂੰ 2.5 ਕਿਲੋ ਦਾ ਤਾਂ ਕਹਿਤਾ, ਪਰ ਇਹਨੂੰ ਇਹ ਨਹੀਂ ਦੱਸਿਆ ਕਿਸੇ ਨੇ ਵੀ 27 ਹੱਡੀਆਂ ਵਾਲਾ ਹੈ। ਤਾਂ ਮੈਂ ਕਿਹਾ ਜਦੋਂ ਮੈਂ ਉਹਨਾਂ ਨੂੰ ਇਹ ਦੱਸਤਾ ਵੀ ਇਹ 27 ਹੱਡੀਆਂ ਵਾਲਾ ਹੈ, ਤਾਂ ਉਹਨੂੰ ਯਾਦ ਹੋ ਗਿਆ ਵੀ ਇਸ 'ਚ 27 ਹੱਡੀਆਂ ਹੁੰਦੀਆਂ। ਤਾਂ ਇਸ ਨੂੰ 27 ਅਸੀਂ ਗਿਣਾ ਦਿੰਦੇ ਹਾਂ। ਦੇਖੋ 1 2 3, ਤਾਂ ਇੱਕ ਉਂਗਲੀ ਦੇ ਵਿੱਚ 3 3 ਚੌਕੇ 12, 12 ਤੇ 2 14 ਹੋ ਜਾਂਦੀਆਂ, 14 ਤੇ 5 19 ਹੋ ਜਾਂਦੀ, 8 ਗੁੱਟ ਦੀਆਂ ਹੁੰਦੀਆਂ, 19 ਤੇ 8 27। ਲਓ ਜੀ 27 ਹੱਡੀ। ਤਾਂ ਮੇਰੇ ਖਿਆਲ ਤੇ ਆਉਣ ਵਾਲੀ ਪਿਕਚਰ 'ਚ ਡਾਇਲਾਗ ਆਉਣਾ ਚਾਹੀਦਾ, ਇਹ 27 ਹੱਡੀਆਂ ਵਾਲਾ ਹੈ। ਸਾਰਿਆਂ ਦਾ 27 ਦਾ ਹੀ ਹੋਊਗਾ। ਬਿਲਕੁਲ ਸਾਰੇ ਕਿਸੇ। ਹਾਂ ਇੱਕ ਕੰਡੀਸ਼ਨ ਹੋ ਸਕਦੀ ਹੈ ਵੀ ਕਿਸੇ ਦੀਆਂ ਜੇ 6 ਉਂਗਲੀਆਂ ਹੋਈਆਂ ਜਾਂ ਕਿਸੇ ਦੀਆਂ ਕਿਸੇ ਵਜ੍ਹਾ ਕਰਕੇ ਕੱਟ ਗਈ, ਉਹ ਐਕਸੈਪਸ਼ਨਲ ਕੇਸਿਸ ਹੁੰਦੇ ਆ, ਠੀਕ ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈ, ਲੱਗਦਾ ਕਿ ਅੱਜ ਕੱਲ੍ਹ ਦੇ ਨਵਾਂ ਯੂਥ ਪੰਜਾਬ ਦਾ ਜਾਂ ਬਾਹਰ ਦੇ ਵੀ ਇੰਡੀਆ ਦੇ ਆ ਰਹੇ ਨੇ, ਉਹਨਾਂ ਨੂੰ ਮਤਲਬ ਕਿ ਪ੍ਰੈਕਟੀਕਲ ਤਰੀਕੇ ਨਾਲ ਦਿਖਾਇਆ ਜਾਵੇ, ਸਾਰਾ ਕੁਝ ਦਿਖਾਇਆ ਜਾਵੇ, ਤਾਂ ਬੱਚਾ ਆਉਣ ਵਾਲੇ ਟਾਈਮ ਵਿੱਚ ਚੰਗੀ ਤਰ੍ਹਾਂ ਸਾਇੰਸ ਨੂੰ ਜੁੜੇਗਾ, ਨਾਲ ਜੁੜੇਗਾ, ਉਹਦਾ ਇੰਟਰਸਟ ਕ੍ਰੀਏਟ ਹੋ ਜਾਏਗਾ। ਉਹ ਬਾਰ-ਬਾਰ ਇੱਧਰ ਨੂੰ ਭੱਜੇਗਾ ਕਿ ਸਰ ਇਹ ਮੈਂ ਕਰਕੇ ਦੇਖਾਂ, ਸਰ ਇਹ ਵਾਲਾ ਮੈਂ ਕਰ ਲਾਂ, ਸਰ ਇਹਨੂੰ ਮੈਂ ਦੇਖ ਲਾਂ ਜੀ। ਬਸ ਉਹਦਾ ਦਿਲਚਸਪੀ ਬਣ ਗਈ, ਉਹ ਅੱਜ 1 ਕਰੇਗਾ, ਕੱਲ 2 ਕਰੇਗਾ, ਪਰਸੋਂ 3 ਕਰੇਗਾ, ਤੇ ਸਾਡਾ ਇਹ ਮਿਸ਼ਨ ਹੈ ਜਿਹੜਾ ਸਫਲ ਹੋ ਜਾਏਗਾ। ਜੀ ਜੀ, ਤੁਹਾਨੂੰ ਉਸ ਨਾਲ ਗੱਲਬਾਤ ਕੀਤੀ ਹੈ, ਤਮਾਮ ਤੁਸੀਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਜਿਸ ਤਰੀਕੇ ਨਾਲ ਸਾਇੰਸ ਨੂੰ ਇੱਕ ਆਸਾਨ ਤਰੀਕੇ ਨਾਲ ਸਾਰਾ ਕੁਝ ਦੱਸਿਆ। ਪਰ ਜਿਸ ਤਰੀਕੇ ਨਾਲ ਅੱਜ ਕੱਲ੍ਹ ਦਾ ਯੂਥ ਹੈ, ਇੱਕ ਸਾਇੰਸ ਨੂੰ ਬੜਾ ਮੁਸ਼ਕਿਲ ਸਬਜੈਕਟ ਸਮਝਦਾ ਹੈ, ਪਰ ਜੇ ਚੰਗੀ ਤਰ੍ਹਾਂ ਸਮਝਾਇਆ ਜਾਵੇ ਤਾਂ ਕੁਝ ਵੀ ਨਾਮੁਮਕਿਨ ਨਹੀਂ ਹੈ। ਕੈਂਪਸ ਦੇ ਨਾਲ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।